यहाँ पे रखा, मैं हाथ पकड़ रही हूँ पापा की, तो मैंने आवाज ही नहीं सुनी। यहाँ पे होती, यहाँ पे होती आवाज, यहाँ पे लगा था, बाहर गए थे तब तक मम्मी आ गई, मम्मी की खुशी हो गई, मैंने मम्मी पापा की आवाज तक नहीं सुनी, मम्मी पापा की आवाज तक नहीं सुनी। मैंने 2-3 मिनट मेरे माँ बाप की जान ली थी उस बंदे ने। ਵਿਆਹ ਪਤੀ ਪਤਨੀ ਦਾ ਰਿਸ਼ਤਾ, ਸੱਸ ਸਹੁਰੇ ਦੇ ਨਾਲ ਅਣਬਣ ਹੋਣਾ, ਵਿਆਹ ਕਰਨਾ ਤੇ ਵਿਆਹ ਤੋੜਨਾ ਦੋਵੇਂ ਹੀ ਬੜੇ ਨਾਜ਼ੁਕ ਜਿਹੇ ਹਾਲਾਤਾਂ ਦੇ ਵਿੱਚ ਕੀਤੇ ਗਏ ਬਣਾਏ ਗਏ ਸਬੰਧ ਨੇ, ਜਿਨ੍ਹਾਂ ਤੋਂ ਛੁਟਕਾਰਾ ਪਾਣਾ ਤੇ ਇਹਨਾਂ ਨੂੰ ਕਾਇਮ ਕਰਨਾ ਬੇहद ਹੀ ਮੁਸ਼ਕਿਲ ਹੋ ਜਾਂਦਾ ਹੈ। ਇੱਕ ਪਤੀ ਜਿਸ ਦਾ ਨਾਮ ਜਗਦੀਪ ਸਿੰਘ ਸੀ, ਉਸ ਦੀ ਪਤਨੀ ਪੂਨਮ ਅਧਿਆਪਿਕਾ ਸੀ, ਪੜ੍ਹੀ ਲਿਖੀ ਕੁੜੀ ਸੀ, ਘਰ ਦੇ ਵਿੱਚ ਬੱਚੇ ਵੀ ਸੀ, ਛੋਟਾ ਪੁੱਤ 3 ਸਾਲ ਦਾ ਦੱਸਿਆ ਜਾ ਰਿਹਾ ਹੈ। घर ਦੇ ਵਿੱਚ ਜਦੋਂ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ, ਪਤੀ ਦੇ ਵੱਲੋਂ ਜਗਦੀਪ ਸਿੰਘ ਦੇ ਵੱਲੋਂ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਪਤਨੀ ਨੇ ਆਪਣਾ ਘਰ ਛੱਡਣ ਦੇ ਵਿੱਚ ਹੀ ਬਿਹਤਰੀ ਸਮਝੀ। ਆ ਕੇ ਉਹ ਆਪਣੇ ਮਾਤਾ ਪਿਤਾ ਦੇ ਕੋਲ ਆਲਮਬਾਗ ਇਲਾਕੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ। ਇੱਕ ਦਿਨ ਪਤੀ ਬੈਗ ਦੇ ਵਿੱਚ ਕੱਪੜੇ ਅਤੇ ਕੁਝ ਹੋਰ ਸਮਾਨ ਲੈ ਕੇ ਆਪਣੀ ਪਤਨੀ ਪੂਨਮ ਨੂੰ ਵਾਪਸ ਲੈਣ ਦੇ ਲਈ ਪਹੁੰਚਦਾ ਹੈ। ਬੀਤੇ ਕੁਝ ਘੰਟਿਆਂ ਪਹਿਲਾਂ ਦੀ ਹੀ ਇਹ ਸਾਰੀ ਘਟਨਾ ਹੈ, ਜਿਸ ਦੇ ਵਿੱਚ ਉਹ ਜ਼ੋਰ ਪਾਉਂਦਾ ਹੈ ਕਿ ਪਤਨੀ ਅਤੇ ਬੱਚੇ ਮੇਰੇ ਨਾਲ ਚੱਲਣ। ਪਰ ਪਤਨੀ ਇਸ ਦੇ ਲਈ ਰਾਜ਼ੀ ਨਹੀਂ ਹੁੰਦੀ, ਕਿਉਂਕਿ ਉਸ ਦੀ ਕੁੱਟਮਾਰ ਕੀਤੀ ਗਈ ਸੀ ਇਸੇ ਪਤੀ ਦੇ ਵੱਲੋਂ। ਉਸ ਦਾ ਵਿਸ਼ਵਾਸ ਤੋੜਿਆ ਗਿਆ ਸੀ, ਪਿਆਰ ਨੂੰ ਰੋਂਦਿਆ ਗਿਆ ਸੀ ਅਤੇ ਰਿਸ਼ਤੇ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਉਸਨੇ ਖਤਮ ਹੀ ਕਰ ਦਿੱਤਾ ਸੀ। ਜਗਦੀਪ ਇਸ ਜ਼ਿੱਦ ਤੇ ਉਤਰ ਆਂਦਾ ਹੈ ਕਿ ਮੈਂ ਪਤਨੀ ਨੂੰ ਨਾਲ ਹੀ ਲੈ ਕੇ ਜਾਣਾ ਹੈ, ਪਰ ਸੱਸ ਸਹੁਰਾ ਵੀ ਉਸ ਤੇ ਮਨਾ ਕਰ ਦਿੰਦੇ ਨੇ ਕਿ ਜਦੋਂ ਧੀ ਹੀ ਨਹੀਂ ਰਾਜ਼ੀ ਤਾਂ ਅਸੀਂ ਇਸ ਦੇ ਵਿੱਚ ਕੀ ਕਰ ਸਕਦੇ ਹਾਂ। ਇਸ ਮਗਰੋਂ ਜਗਦੀਪ ਦੇ ਵੱਲੋਂ ਆਪਣਾ ਬੈਗ ਖੋਲ੍ਹਿਆ ਜਾਂਦਾ ਹੈ। ਉਸ ਬੈਗ ਦੇ ਵਿੱਚ ਇੱਕ ਚਾਕੂ ਲੁਕੋਇਆ ਹੋਇਆ ਸੀ। ਤੇਜ਼ਧਾਰ ਹਥਿਆਰ ਇਹ ਬੈਗ ਦੇ ਵਿੱਚੋਂ ਕੱਢਣ ਤੋਂ ਬਾਅਦ ਪਹਿਲਾਂ ਆਪਣੇ ਸਹੁਰੇ ਦੇ ਉੱਪਰ ਉਹ ਹਮਲਾ ਕਰਦਾ ਹੈ, ਜਿਨ੍ਹਾਂ ਦੀ ਉਮਰ ਕਰੀਬ 70 ਸਾਲ ਦੇ ਕਰੀਬ ਸੀ। ਉਸ ਦੀ ਸੱਸ ਦੀ ਉਮਰ ਵੀ ਕਰੀਬ ਇੰਨੀ ਕੁ ਹੀ ਸੀ। ਪਹਿਲਾਂ ਜਗਦੀਪ ਸਿੰਘ ਨੇ ਆਪਣੇ ਸਹੁਰੇ ਨੂੰ ਮਾਰਿਆ ਤੇ ਫਿਰ ਆਪਣੀ ਸੱਸ ਨੂੰ। ਇਹ ਸਾਰਾ ਕੁਝ ਧੀ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਉਹ ਆਪਣੇ ਮਾਪਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਰੌਲਾ ਪਾਉਂਦੀ ਰਹੀ, ਚੀਖਦੀ ਰਹੀ, ਪਰ ਉਸ ਦੇ ਉੱਪਰ ਵੀ ਪਤੀ ਦੇ ਵੱਲੋਂ ਹਮਲਾ ਕੀਤਾ ਗਿਆ। ਇਹ ਸਾਰਾ ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਇਕੱਠੇ ਹੁੰਦੇ ਨੇ, ਦੱਸਦੇ ਨੇ ਕਿ ਇਸ ਮਾੜੀ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਗਿਆ। ਕੁਝ ਘੰਟੇ ਪਹਿਲਾਂ ਇਸ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਸੀ, ਇੱਕ ਨਾਰਮਲ ਜ਼ਿੰਦਗੀ ਉਹ ਜੀ ਰਹੇ ਸੀ, ਰੋਟੀ ਖਾਧੀ, ਖਾਣਾ ਬਣਾਇਆ, ਮੋਟਰ ਚਲਾਈ, ਪਾਣੀ ਭਰਿਆ ਅਤੇ ਕੱਲ੍ਹ ਦੇ ਦਿਨ ਦੇ ਵਿੱਚ ਅਸੀਂ ਕੀ ਕਰਨਾ ਹੈ ਉਸ ਦੀ ਤਿਆਰੀਆਂ ਦੇ ਵਿੱਚ ਇਹ ਪਰਿਵਾਰ ਸੌਣ ਤੋਂ ਪਹਿਲਾਂ ਲੱਗ ਗਿਆ ਸੀ। ਪਰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਇਹ ਜਵਾਈ ਮਿੰਟਾਂ ਦੇ ਵਿੱਚ ਹੀ ਸਭ ਕੁਝ ਤਬਾਹ ਕਰ ਜਾਊਗਾ। ਇਹ ਕੁੜੀ, ਇਹ ਪਤਨੀ ਪੂਨਮ ਇਸ ਸਮੇਂ ਡਰੀ ਹੋਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਮਾਪਿਆਂ ਨੂੰ ਮਾਰ ਦਿੱਤਾ ਗਿਆ। ਉਹ ਰੋਂਦੀ ਰਹੀ, ਚੀਖਦੀ ਰਹੀ, ਪਰ ਉਸ ਦੇ ਪਤੀ ਨੇ ਉਸ ਦੀ ਕੋਈ ਵੀ ਗੱਲ ਨਹੀਂ ਸੁਣੀ। ਜਿਹੜੀਆਂ ਗੱਲਾਂ ਦਾ ਉਸ ਨੂੰ ਡਰ ਸੀ ਕਿ ਜੇਕਰ ਮੈਂ ਇਸ ਦੇ ਨਾਲ ਚਲੀ ਗਈ ਤਾਂ ਮੇਰੇ ਨਾਲ ਇਹ ਇਹੋ ਕੁਝ ਕਰੂਗਾ, ਉਹੀ ਸਭ ਕੁਝ ਪੂਨਮ ਦੇ ਨਾਲ ਉਸ ਦੇ ਹੀ ਪੇਕੇ ਘਰ ਦੇ ਵਿੱਚ ਪਤੀ ਦੇ ਵੱਲੋਂ ਆ ਕੇ ਕਰ ਦਿੱਤਾ ਗਿਆ। ਮਾਸੂਮ ਬੱਚਿਆਂ ਨੇ ਵੀ ਆਪਣੀ ਅੱਖਾਂ ਦੇ ਨਾਲ ਖੂਨੋ ਖੂਨ ਹੋਏ ਆਪਣੇ ਨਾਨਾ ਨਾਨੀ ਨੂੰ ਦੇਖਿਆ ਅਤੇ ਇਹਨਾਂ ਨੂੰ ਖਤਮ ਕਰਨ ਵਾਲਾ, ਮਾਰਨ ਵਾਲਾ, ਲਹੂ ਲੁਹਾਨ ਕਰਨ ਵਾਲਾ ਉਹਨਾਂ ਦਾ ਆਪਣਾ ਹੀ ਪਿਓ ਸੀ, ਜਿਸ ਤੋਂ ਹੁਣ ਉਹ ਡਰਨ ਲੱਗ ਪਏ ਨੇ। ਇਹ ਘਟਨਾ ਲਖਨਊ ਦੇ ਆਲਮਬਾਗ ਦੇ ਵਿੱਚ ਵਾਪਰੀ ਹੈ, ਜਿੱਥੇ ਦਿਲ ਨੂੰ ਦਹਿਲਾ ਦਿੱਤਾ ਗਿਆ ਜਦੋਂ ਪਤਾ ਲੱਗਿਆ ਕਿ ਘਰੇਲੂ ਝਗੜੇ ਤੋਂ ਬਾਅਦ ਜਵਾਈ ਨੇ ਆਪਣੇ ਸੱਸ ਸਹੁਰੇ ਨੂੰ ਮਾਰ ਮੁਕਾਇਆ। ਦੋਸ਼ੀ ਦੀ ਪਛਾਣ ਜਗਦੀਪ ਸਿੰਘ ਦੇ ਵਜੋਂ ਕੀਤੀ ਗਈ ਹੈ, ਜਿਸ ਨੂੰ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਹੀ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਜਵਾਈ ਦੇ ਵੱਲੋਂ ਆਪਣੇ ਸੱਸ ਅਤੇ ਸਹੁਰੇ ਨੂੰ ਮਾਰਿਆ ਗਿਆ। ਦੱਸ ਦਈਏ ਕਿ ਉਸ ਦਾ ਸਹੁਰਾ ਰੇਲਵੇ ਪ੍ਰੋਟੈਕਸ਼ਨ ਫੋਰਸ ਤੋਂ ਰਿਟਾਇਰਡ ਹੋਇਆ ਸੀ ਅਤੇ ਸੱਸ, ਜਿਸ ਦਾ ਨਾਮ ਆਸ਼ਾ ਦੇਵੀ ਸੀ ਅਤੇ ਉਮਰ ਕਰੀਬ 71 ਸਾਲ ਦੀ ਸੀ। ਬੁੱਢੇ ਸੱਸ ਸਹੁਰੇ ਦੇ ਉੱਪਰ ਇਸ ਦੇ ਵੱਲੋਂ ਕੋਈ ਵੀ ਤਰਸ ਨਹੀਂ ਕੀਤਾ ਗਿਆ। ਜਗਦੀਪ ਸਿੰਘ, ਜੋ ਕਿ ਖੁਦ ਨਿਸ਼ਾਂਤਗੰਜ ਦਾ ਰਹਿਣ ਵਾਲਾ ਸੀ, ਕਿਸ ਤਰ੍ਹਾਂ ਦੇ ਨਾਲ ਆਪਣੀ ਪਤਨੀ ਦੇ ਘਰ ਪਹੁੰਚਦਾ ਹੈ ਪੂਨਮ ਦੇ ਕੋਲ, ਜੋ ਕਿ ਇੱਕ ਅਧਿਆਪਿਕਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਆਪਣੇ ਮਾਪਿਓ ਦੇ ਘਰ ਹੀ ਰਹਿ ਰਹੀ ਸੀ। ਘਰੇਲੂ ਝਗੜੇ ਦੇ ਚੱਲਦੇ ਹੋਏ ਪੂਨਮ ਨੇ ਆਪਣੇ ਪਤੀ ਦੇ ਵਿਰੁੱਧ ਮਹਿਲਾ ਆਯੋਗ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸ ਨੂੰ ਇਹੀ ਡਰ ਸੀ ਕਿ ਮੇਰਾ ਪਤੀ ਮੈਨੂੰ ਮਾਰ ਸਕਦਾ ਹੈ, ਪਰ ਇਹ ਨਹੀਂ ਪਤਾ ਸੀ ਕਿ ਉਹ ਪੇਕੇ ਘਰ ਦੇ ਵਿੱਚ ਆ ਕੇ ਵੀ ਇੰਨੀ ਮਾੜੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ, ਉਹ ਵੀ ਮਾਪਿਓ ਸਮੇਤ ਪੂਰੇ ਕਲੋਨੀ ਵਾਲਿਆਂ ਦੇ ਸਾਹਮਣੇ। ਬੁੱਧਵਾਰ ਜਗਦੀਪ ਆਪਣੇ ਸਹੁਰਿਆਂ ਦੇ ਘਰ ਪਹੁੰਚਿਆ, ਪੂਨਮ ਨੂੰ ਆਪਣੇ ਨਾਲ ਵਾਪਸ ਲਿਜਾਉਣ ਦੀ ਜ਼ਿੱਦ ਕਰਨ ਲੱਗਿਆ, ਜਿਸ ਤੋਂ ਬਾਅਦ ਇਨਕਾਰ ਕਰਨ ਤੇ ਇਹ ਝਗੜਾ ਵੱਧ ਗਿਆ ਤੇ ਜਗਦੀਪ ਨੇ ਆਪਣੇ ਬੈਗ ਦੇ ਵਿੱਚੋਂ ਚਾਕੂ ਕੱਢ ਕੇ ਸਹੁਰੇ ਅਨੰਤ ਰਾਮ ਅਤੇ ਫਿਰ ਸੱਸ ਆਸ਼ਾ ਦੇਵੀ ਤੇ ਹਮਲਾ ਕਰ ਦਿੱਤਾ।
ਪਤਨੀ ਪੂਨਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੇ ਵਿੱਚ ਉਹ ਜ਼ਖਮੀ ਹੋ ਗਈ। ਇਸ ਪੂਰੇ ਹਮਲੇ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ, ਜਗਦੀਪ ਨੂੰ ਫੜਦੇ ਨੇ, ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਚਾਕੂ ਨੂੰ ਵੀ ਬਰਾਮਦ ਕਰ ਲੈਂਦੀ ਹੈ ਜਿਸ ਦੇ ਨਾਲ ਸੱਸ ਸਹੁਰੇ ਨੂੰ ਮਾਰਿਆ ਗਿਆ। ਦੱਸ ਦਈਏ ਕਿ ਸੱਸ ਸਹੁਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਦੋਹਾਂ ਦੀ ਹੀ ਜਾਨ ਬਚ ਨਹੀਂ ਪਾਈ। ਪੂਨਮ ਦੀ ਸ਼ਿਕਾਇਤ ਤੇ ਹੀ ਜਗਦੀਪ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਦੱਸ ਦਈਏ ਕਿ ਅਨੰਤਰਾਮ ਅਤੇ ਆਸ਼ਾ ਦੇਵੀ ਆਪਣੀ ਧੀ ਪੂਨਮ ਅਤੇ ਉਹਨਾਂ ਦੀ ਦੋਤੀ ਦੇ ਨਾਲ ਰਹਿੰਦੇ ਸਨ। ਜਗਦੀਪ ਦੇ ਵੱਲੋਂ ਪੂਨਮ ਦੇ ਨਾਲ ਲੰਮੇ ਸਮੇਂ ਤੋਂ ਮਾਰਕੁੱਟ ਅਤੇ ਨਸ਼ੇਬਾਜ਼ੀ ਦੇ ਕਰਕੇ ਘਰੇਲੂ ਤਣਾਅ ਬਣਿਆ ਹੋਇਆ ਸੀ, ਜਿਸ ਦੇ ਕਾਰਨ ਪੂਨਮ ਆਪਣੇ ਮਾਪਿਓ ਦੇ ਕੋਲ ਰਹਿ ਰਹੀ ਸੀ। ਘਰ ਦੇ ਵਿੱਚ ਬੱਚੇ ਹੋਣ ਤੋਂ ਬਾਅਦ ਵੀ ਜਗਦੀਪ ਨਹੀਂ ਸੁਧਰਿਆ ਸੀ। ਪੁਲਿਸ ਦੇ ਵੱਲੋਂ ਫਿਲਹਾਲ ਜਗਦੀਪ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਹੈ। ਪੂਨਮ ਸਮੇਤ ਪੂਰੇ ਇਲਾਕੇ ਦੇ ਵਿੱਚ ਇਸ ਸਮੇਂ ਡਰ ਅਤੇ ਸਦਮੇ ਦਾ ਮਾਹੌਲ ਬਣਿਆ ਹੋਇਆ ਹੈ। और सीधे ये अंदर आ गए, लाइट बंद थी उस समय और मैं लेटी हुई थी, बस इन्होंने मुझे ऐसे टच किया है। मैं उठ के बैठ गई तो हैरान थी कि टाइम हो गया आए हैं ये, तभी मैं उठ करके बैठ गई और बस इन्होंने वही कहा तुमने डिसाइड कर लिया है ना। मैं कहा कि क्या यार, ठीक है ना, भी जैसे चल रहा है चलने दे। और कहते मैं काम तो कर रहा हूँ। मैं कहा ठीक है, आप काम कर रहे हो, आप काम करो, अपने आप को संभालो, अपनी माता जी को संभालिए, बच्चों के लिए कुछ कर सके उसके लिए करिए, मेरे लिए आप परेशान मत हो। बस इतनी बात हुई है। और उसी बीच में ये थोड़ा सा मुझे इनका लगा चेहरा एकदम से चेंज हुआ, गुस्से वाला। फिर से इन्होंने एक काम किया, बाहर बार बार ये बाहर देख रहे थे, पापा मेरे इधर ही मूव कर रहे थे क्योंकि उनको डर लगता था जब ये आते थे तो उनको लगता था कि कुछ हाथापाई ना कर ले या कुछ ऐसा ना करे, तो वो हमेशा ऐसे मतलब यहाँ पे टहल रहे थे। और बस इतनी मेरे से बात हुई है और इन्होंने पापा को अंदर बुलाया, खुद उधर चेयर पे बैठे हुए थे, पापा इधर बैठे हैं। बस जैसे बैठे हो इन्होंने बस वो कहा कि मैं पापा जी मैं काम कर रहा हूँ और मैं देखूंगा। और पापा जी ने सिर्फ इतना बोला है, वो 10 साल से देख रही है, 10 साल से झेल रही है तुम्हारे साथ में। तो बस इन्होंने वही कहा, मैंने क्या परेशान किया था करके इन्होंने बैग से चाकू निकाला। चाकू कहाँ से निकाला? बैग लेके आए थे अपने साथ में, मुझे नहीं पता था उसमें क्या है। चाकू निकाला, फिर पापा का मुंह ऐसे पकड़ा, यहाँ पे रखा, मैं हाथ पकड़ रही हूँ पापा की, तो मैंने आवाज ही नहीं सुनी। यहाँ पे उसके बाद यहाँ पे लगा था, बाहर गए थे तब तक मम्मी आ गई, मम्मी की खुशी हो गई, मैंने मम्मी पापा की आवाज तक नहीं सुनी, मम्मी पापा की आवाज तक नहीं सुनी। मैंने 2-3 मिनट मेरे माँ बाप की जान लेती हूँ बंदे ने। आज दिनांक 2 जुलाई की रात करीब 9 बजे थाना आलमबाग की गढ़ी कनौरा चौकी पर ये सूचना प्राप्त हुई कि इस चौकी क्षेत्र के रहने वाले 2 लोग आनंदराम और आशा देवी की उनके दामाद जगदीप ने चाकू मार करके हत्या कर दी है। जो अभियुक्त है उसकी बीवी पूनम वो अपने मायके में आकर के रहने लगी थी। पति पत्नी के बीच कुछ जुड़ाव था, इस वजह से अप्रैल से यहाँ रह रही थी। इसी बात से क्षुब्ध होकर के आज शाम को अभियुक्त जगदीप अपने ससुराल आया और यहाँ पर जब दोनों के बीच में बात होने लगी तो बातें आगे बढ़ गई। तो उसने अपने बैग में जो अपने साथ में छुरा लेकर के आया था उससे अपने ससुर अनंतराम और अपने सास आशा देवी पर चाकू से हमला कर दिया, जिससे वो दोनों घायल हो गए और जब उनको अस्पताल भेजा गया तो वहाँ उनकी मृत्यु हो गई। इस संबंध में जो मृतक हैं उनकी बेटी पूनम से तहरीर प्राप्त करके अभियोग पंजीकृत किया जा रहा है। अभियुक्त को पब्लिक की सहायता से पकड़ लिया गया है। आगे की कार्रवाई प्रश्न